ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਮਾਈ YouTube ਚੈਨਲ। ਅੱਜ ਆਪਾਂ ਗੱਲ ਕਰਾਂਗੇ ਟੂਰਿਸਟ ਵੀਜ਼ਾਸ ਨੂੰ ਲੈ ਕੇ। ਟੂਰਿਸਟ ਵੀਜ਼ਾ ਦੇ ਡਾਕੂਮੈਂਟੇਸ਼ਨ ਜਿਹੜੇ ਹੁੰਦੇ ਨੇ, ਕੀ ਡਾਕੂਮੈਂਟਸ ਚਾਹੀਦੇ ਨੇ। ਆਪਾਂ ਅੱਜ ਕਿਸੇ ਪਾਰਟਿਕੂਲਰ ਕੰਟਰੀ ਲਈ ਕੋਈ ਵੀਡੀਓ ਨਹੀਂ ਬਣਾ ਰਹੇ, ਆਪਾਂ ਬਣਾਵਾਂਗੇ ਟੂਰਿਸਟ ਵੀਜ਼ਾ ਦੇ ਡਾਕੂਮੈਂਟੇਸ਼ਨ ਜੋ ਕਾਮਨ ਡਾਕੂਮੈਂਟਸ ਚਾਹੀਦੇ ਹੁੰਦੇ ਨੇ। ਕੁਝ ਬੇਸਿਕ ਡਾਕੂਮੈਂਟਸ ਹੁੰਦੇ ਨੇ, ਇਨਕਮ ਪ੍ਰੂਫਸ ਵਗੈਰਾ, ITRs ਵਗੈਰਾ, ਬੇਸਿਕ ਡਾਕੂਮੈਂਟਸ ਜਿਹੜੇ ਹੁੰਦੇ ਨੇ ਉਹ ਸਭ ਕੰਟਰੀਜ਼ ਦੇ ਸੇਮ ਹੀ ਹੁੰਦੇ ਨੇ। ਉਹ ਜਿਹੜੇ ਡਾਕੂਮੈਂਟਸ ਹੁੰਦੇ ਨੇ ਤਿੰਨ ਕੈਟਾਗਰੀਜ਼ ਦੇ ਵਿੱਚ ਹੁੰਦੇ ਨੇ। ਪਹਿਲੀ ਕੈਟਾਗਰੀ ਲਗਾ ਲਓ ਤੁਸੀਂ, ਜੋ ਸੈਲਰੀਡ ਪਰਸਨ ਹੈ। ਦੂਜੀ ਕੈਟਾਗਰੀ ਹੈ ਜੋ ਬਿਜ਼ਨਸ ਕਰਦੇ ਨੇ। ਥਰਡ ਕੈਟਾਗਰੀ ਆ ਜਾਂਦੀ ਹੈ ਐਗਰੀਕਲਚਰਿਸਟ। ਆਪਣੇ ਇੰਡੀਆ ਦੇ ਵਿੱਚ ਤਿੰਨ ਓਕੂਪੇਸ਼ਨ ਪਾਏ ਜਾਂਦੇ ਨੇ ਮੋਸਟਲੀ। ਕੋਈ ਬਿਜ਼ਨਸ ਕਰ ਰਿਹਾ ਬੰਦਾ, ਜਾਂ ਕੋਈ ਸੈਲਰੀਡ ਹੈਗਾ ਬੰਦਾ, ਜਾਂ ਕੋਈ ਬੰਦੇ ਐਗਰੀਕਲਚਰਿਸਟ ਹੈ। ਜਿਨ੍ਹਾਂ ਦੀ ਕੋਈ ਸੈਲਰੀ ਆ ਰਹੀ ਹੈ, ਜਾਂ ਕੋਈ ਸੈਲਰੀਡ ਪਰਸਨ ਨੇ, ਚਾਹੇ ਗਵਰਨਮੈਂਟ ਜੋਬ ਨੇ ਚਾਹੇ ਪ੍ਰਾਈਵੇਟ ਜੋਬ ਨੇ, ਉਹਨਾਂ ਦੇ ਇੱਕ ਤਾਂ ITR ਹੋਗੀ। ITR ਮੈਂਡੇਟਰੀ ਹੈ ਤਿੰਨੋਂ ਤਰ੍ਹਾਂ ਦੀ ਇਨਕਮਸ ਦੇ ਲਈ। ਕੋਈ ਐਗਰੀਕਲਚਰਿਸਟ ਹੈ, ਬਿਜ਼ਨਸ ਹੈ, ਜਾਂ ਕੋਈ ਸੈਲਰੀਡ ਪਰਸਨ ਹੈ। ਉਹਨਾਂ ਦੀ ITRs ਤਾਂ ਹਰ ਬੰਦੇ ਲਈ ਮੈਂਡੇਟਰੀ ਹੈ। ਹਰ ਕੋਈ ITRs ਭਰਦਾ। ਬਿਜ਼ਨਸ ਦੀ ITRs ਵੀ ਜਾਂਦੀਆਂ। ਅਗਰ ਕੋਈ ਐਗਰੀਕਲਚਰਿਸਟ ਹੈ, ਉਹਨਾਂ ਦੇ ਇਨਕਮ ਸੋਰਸ ਥੋੜ੍ਹੇ ਅਲੱਗ ਹੋ ਜਾਂਦੇ ਆ। ITR ਪਲੱਸ ਤਹਿਸੀਲਦਾਰ ਦਾ ਸਰਟੀਫਿਕੇਟ ਹੋ ਜਾਂਦਾ ਹੈ। ਔਰ ਥਰਡ ਜੋ ਕੋਈ ਸੈਲਰੀਡ ਹੈ ITR ਉਹਨਾਂ ਦੀ ਵੀ ਜਾਂਦੀ ਹੈਗੀ ਹੈ ਨਾ। ਤੇ ਆਪਾਂ ਸਭ ਤੋਂ ਪਹਿਲਾਂ ਸੈਲਰੀਡ ਤੋਂ ਸਟਾਰਟ ਕਰਦੇ ਹਾਂ। ਸੈਲਰੀਡ ਪਰਸਨ ਲਈ ਕੀ ਰਹਿੰਦਾ ਕਿ ITRs ਤਾਂ ਮੈਂਡੇਟਰੀ ਹੈ, 2 ਜਾਂ 3 ITRs ਚਾਹੀਦੀ ਹੁੰਦੀ ਹੈ ਕਿਸੇ ਵੀ ਕੰਟਰੀ ਲਈ। ਕੰਟਰੀ ਟੂ ਕੰਟਰੀ ਵੈਰੀ ਕਰਦਾ ਹੈ। ਕਿਸੇ ਦੀ 2 ITRs ਚਾਹੀਦੀ ਹੁੰਦੀ ਹੈ, ਕੋਈ ਕੰਟਰੀ 1 ਸਾਲ ਦੀ ਮੰਗ ਲੈਂਦੀ ਹੈ। ਜਿਵੇਂ ਸਾਊਥ ਕੋਰੀਆ ਦਾ ਇਸ ਟਾਈਮ ਬੜਾ ਟ੍ਰੈਂਡ ਚੱਲ ਰਿਹਾ ਸੀਗਾ ਕੁਝ ਟਾਈਮ ਤੋਂ। ਸਾਊਥ ਕੋਰੀਆ ਦੀ ਸੈਲਰੀਡ ਪਰਸਨ ਲਈ ਸਿਰਫ ਇੱਕ ITR ਚਾਹੀਦੀ ਹੁੰਦੀ ਸੀਗੀ। ਹੁਣ UK ਹੈ, UK 3 ITRs ਮੰਗ ਰਿਹਾ। ਕੁਝ ਕੰਟਰੀਜ਼ ਹੈਗੀਆਂ ਜਿਵੇਂ ਸ਼ੈਨਿੰਗਨ ਕੰਟਰੀਜ਼ ਹੋ ਗਈਆਂ ਜਾਂ ਯੂਰੋਪੀਅਨ ਕੰਟਰੀਜ਼ ਹੋ ਗਈਆਂ, ਉਹ ਮੰਗ ਰਹੀਆਂ ਸਿਰਫ 2 ਸਾਲ ਦੀ ITRs। ਤੇ ITR ਤਾਂ ਮੈਂਡੇਟਰੀ ਹੈਗੀ ਹੈ। ਤੇ ਸੈਲਰੀਡ ਪਰਸਨ ਦਾ ਹੋਰ ਕੀ ਡਾਕੂਮੈਂਟਸ ਹੁੰਦੇ ਆ। ਇੱਕ ਤਾਂ ਸੈਲਰੀ ਸਲਿੱਪਸ ਹੋ ਜਾਂਦੀਆਂ। ਸੈਲਰੀ ਸਲਿੱਪ 3 ਮਹੀਨੇ ਦੀ ਵੀ ਮੰਗ ਲੈਂਦੇ ਆ, 6 ਮਹੀਨੇ ਦੀ ਵੀ ਮੰਗ ਲੈਂਦੀ ਹੈ। ਸਾਊਥ ਕੋਰੀਆ 'ਚ 1 ਸਾਲ ਦੀ ਸੈਲਰੀ ਸਲਿੱਪਸ ਮੰਗੀਆਂ ਜਾ ਰਹੀਆਂ ਸੀਗੀਆਂ। ਸੈਲਰੀ ਅਕਾਊਂਟ 'ਚ ਆ ਰਹੀ ਹੈ, ਉਹ ਜ਼ਿਆਦਾ ਵਧੀਆ ਹੈਗਾ। ਸੈਲਰੀ ਅਕਾਊਂਟ 'ਚ ਡਿਪੈਂਡ ਕਰਦਾ ਕਿ ਕਿੰਨੀ ਆ ਰਹੀ ਹੈ। ਕੁਝ ਕੰਟਰੀਆਂ ਲਈ ਥੋੜ੍ਹੀ ਰਿਕੁਆਇਰਮੈਂਟ ਜ਼ਿਆਦਾ ਰਹਿੰਦੀ ਹੈ, ਕੁਝ ਕੰਟਰੀਜ਼ ਦੀ ਥੋੜ੍ਹੀ ਘੱਟ ਵੀ ਸੈਲਰੀ ਆ ਰਹੀ ਹੋਵੇ, ਉਹ ਵੀ ਚੱਲ ਜਾਂਦੀ ਹੁੰਦੀ ਹੈ। ਸੈਲਰੀਜ਼ ਅਕਾਊਂਟ 'ਚ ਆਵੇ ਉਹ ਜ਼ਿਆਦਾ ਵਧੀਆ। ਅਗਰ ਕੈਸ਼ ਇਨ ਹੈਂਡ ਵੀ ਹੈਗੀ ਹੈ ਤੇ ਮੈਨੂੰ ਲੱਗਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਉਸ ਚੀਜ਼ ਦਾ। ਬਟ ਅਕਾਊਂਟ 'ਚ ਆਵੇ, ਤੁਹਾਨੂੰ ਅਕਾਊਂਟ 'ਚ ਅਗਰ ਸੈਲਰੀ ਆ ਰਹੀ ਹੈ, ਥੋੜ੍ਹਾ ਪ੍ਰੂਫ ਮੰਨਿਆ ਜਾਂਦਾ ਕਿ ਇਹ ਟ੍ਰਾਂਜੈਕਸ਼ਨ ਜਿਹੜੀ ਆ ਰਹੀਆਂ, ਆਪਾਂ ਐਮਬੈਸੀ ਨੂੰ ਜਾਂ ਕੌਂਸੂਲੇਟਸ ਨੂੰ ਦਿਖਾ ਸਕਦੇ ਹਾਂ ਕਿ ਦੇਖੋ ਸਾਡੀ ਸੈਲਰੀ ਅਕਾਊਂਟ 'ਚ ਆ ਰਹੀ ਹੈ। ਉਹ ਥੋੜ੍ਹਾ ਵੈਲਿਡ ਪ੍ਰੂਫ ਹੈ ਉਹ ਆਪਣੇ ਕੋਲ। ਉਸ ਤੋਂ ਇਲਾਵਾ NOC ਚਾਹੀਦੀ ਹੁੰਦੀ ਆਪਣੇ ਇੰਪਲਾਇਰ ਤੋਂ ਕਿ ਬੰਦਾ ਘੁੰਮਣ ਜਾ ਰਿਹਾ, ਸਾਡਾ ਇੰਪਲਾਈ ਘੁੰਮਣ ਜਾ ਰਿਹਾ, ਅਤੇ ਸਾਨੂੰ ਕੋਈ ਓਬਜੈਕਸ਼ਨ ਨਹੀਂ ਹੈਗਾ ਘੁੰਮਣ ਜਾਣ ਦੇ ਲਈ। ਅਤੇ ਜਦੋਂ ਟ੍ਰਿਪ ਖਤਮ ਹੋ ਜਾਏਗਾ, ਇੰਨੀ ਤੋਂ ਇੰਨੀ ਤਰੀਕ ਤੱਕ ਟ੍ਰਿਪ ਰਹੇਗਾ, ਟ੍ਰਿਪ ਖਤਮ ਹੋ ਗਿਆ ਸਾਨੂੰ ਦੁਬਾਰਾ ਜੁਆਇਨ ਕਰ ਸਕਦਾ ਹੈ। ਉਹ ਇੱਕ ਸਪੈਸ਼ਲ ਫਾਰਮੈਟ ਹੁੰਦਾ, ਮੈਂ ਤੁਹਾਨੂੰ ਫਾਰਮੈਟ ਵੀ ਦੇ ਦੂੰਗਾ NOC ਦਾ। ਹਰ ਕੰਟਰੀ ਦਾ ਵੈਰੀ ਕਰਦਾ ਹੈ ਨਾ। ਇਹ ਕੁਝ ਡਾਕੂਮੈਂਟਸ ਹੈਗੇ ਸੈਲਰੀ ਵਾਲਿਆਂ ਲਈ। NOC, ITR, ਸੈਲਰੀ ਸਲਿੱਪ। ਸੈਲਰੀ ਅਕਾਊਂਟ 'ਚ ਆ ਰਹੀ ਹੈ ਤਾਂ ਜ਼ਿਆਦਾ ਵਧੀਆ ਹੈ। ਕਈ ਵੇਲੇ ਸਾਨੂੰ ਜ਼ਰੂਰਤ ਪੈਂਦੀ ਹੈ ਆਫਰ ਲੈਟਰ ਦੀ, ਜੁਆਇਨਿੰਗ ਲੈਟਰ ਦੀ ਸਾਨੂੰ ਜ਼ਰੂਰਤ ਪੈ ਜਾਂਦੀ ਹੈ। ਇਹ ਹੋ ਗਏ ਇਨਕਮ ਪ੍ਰੂਫ ਸੈਲਰੀ ਸਲਿੱਪ ਸੈਲਰੀ ਡਾਲਿਆਂ ਦੇ। ਅਗਰ ਕਿਸੇ ਕੋਲ ITR ਨਹੀਂ ਹੈਗੀ ਤਾਂ ਤੁਸੀਂ ਆਪਣੀ ਫਾਰਮ 16 ਵੀ ਲਗਾ ਸਕਦੇ ਹੋ ITR ਦੀ ਜਗ੍ਹਾ, 2 ਜਾਂ 3 ਸਾਲ ਦਾ। ਆਹ ਤਾਂ ਹੋ ਗਏ ਸੈਲਰੀ ਡਾਲਿਆਂ ਲਈ। ਉਸ ਤੋਂ ਬਾਅਦ ਆ ਜਾਂਦੇ ਬਿਜ਼ਨਸ ਦਾ। ਬਿਜ਼ਨਸ ਦਾ ਕੀ ਪ੍ਰੂਫ ਹੈ ਇਨਕਮ ਦਾ। ਸਭ ਤੋਂ ਪਹਿਲਾਂ ਤਾਂ ITR ਐਜ਼ ਕਾਮਨ ਰਹਿ ਗਿਆ। ITR ਤਾਂ ਚਾਹੀਦੀ ਹੀ ਹੈ ਸਾਰਿਆਂ ਨੂੰ। ਉਸ ਤੋਂ ਬਾਅਦ ਆ ਜਾਂਦਾ ਹੈ ਬਿਜ਼ਨਸ ਦਾ ਪ੍ਰੂਫ ਕੀ ਹੈ। ਬਿਜ਼ਨਸ ਦੇ ਪ੍ਰੂਫ 'ਚ 2-3 ਚੀਜ਼ਾਂ ਆ ਜਾਂਦੀਆਂ, ਆ ਤਾਂ ਕਾਫੀ ਜਾਂਦੀਆਂ। ਜਿਵੇਂ ਕਿਸੇ ਦੀ ਕੰਪਨੀ ਰਜਿਸਟਰਡ ਹੈਗੀ ਹੈ, ਕੰਪਨੀ ਆ ਜਾਊਗੀ। ਉਸ ਤੋਂ ਇਲਾਵਾ MSME ਹੋ ਗਿਆ, MSME ਵੀ ਆਪਣਾ ਪ੍ਰੂਫ ਮੰਨਿਆ ਜਾਂਦਾ ਬਿਜ਼ਨਸ ਦਾ। ਅਤੇ ਉਸ ਤੋਂ ਇਲਾਵਾ GST ਹੋ ਗਿਆ, ਜਿਹਨਾਂ ਕੋਲ GST ਨੰਬਰ ਹੈਗਾ ਤੁਸੀਂ GST ਵੀ ਆਪਣਾ ਲਗਾ ਸਕਦੇ ਹੋ ਨਾ, ਰਜਿਸਟ੍ਰੇਸ਼ਨ ਲਗਾ ਸਕਦੇ ਹੋ। ਅਤੇ ਕਈਆਂ ਦੇ ਸਿਟੀਜ਼ 'ਚ ਕੀ ਹੁੰਦਾ ਕਿ ਕਮੇਟੀ ਆਫਿਸ ਦੇ ਵੱਲੋਂ ਕੋਈ ਰਿਸਿਪਟਸ ਆਉਂਦੀਆਂ ਜਾਂ ਕਮੇਟੀ ਦਾ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ, ਲੇਬਰ ਇੰਸਪੈਕਟਰ ਤੋਂ ਕੋਈ ਰਜਿਸਟ੍ਰੇਸ਼ਨ ਹੁੰਦੀ ਹੈ। ਇਹ ਤਾਂ ਹੋ ਗਏ ਸਾਡੇ ਬਿਜ਼ਨਸ ਦੇ ਪ੍ਰੂਫ ਹੋ ਜਾਂਦੇ ਆ। ਉਸ ਤੋਂ ਇਲਾਵਾ ਕਰੰਟ ਅਕਾਊਂਟ ਦੀ ਸਟੇਟਮੈਂਟ ਹੈ। ਕੁਝ ਕੰਟਰੀਜ਼ ਕਰੰਟ ਅਕਾਊਂਟ ਦੀ ਸਟੇਟਮੈਂਟਸ ਮੰਗ ਲੈਂਦੀਆਂ, ਕੁਝ ਕੰਟਰੀਜ਼ ਨੂੰ ਨਹੀਂ ਚਾਹੀਦੀਆਂ ਹੁੰਦੀਆਂ ਸਟੇਟਮੈਂਟਸ ਫਿਰ ਅਗੇਨ ਕੋਈ 3 ਮਹੀਨੇ ਦੀ ਸਟੇਟਮੈਂਟ ਮੰਗ ਲੈਂਦੀ ਕੰਟਰੀਜ਼, ਕੋਈ 6 ਮਹੀਨੇ ਦੀ ਮੰਗ ਲੈਂਦੀ ਹੈ। ਉਸ ਤੋਂ ਇਲਾਵਾ ਆਪਣੇ ਪਰਸਨਲ ਬੈਂਕ ਸਟੇਟਮੈਂਟ ਤਾਂ ਚਾਹੀਦੀ ਹੁੰਦੀ ਹੈ। ਸੇਵਿੰਗ ਅਕਾਊਂਟ ਦੀ ਬੈਂਕ ਦੀ ਸਟੇਟਮੈਂਟ ਆਪਾਂ ਨੂੰ ਮੈਂਡੇਟਰੀ ਹੀ ਹੁੰਦੀ ਹੈ। ਉਸ ਤੋਂ ਇਲਾਵਾ ਆਪਾਂ ਲਗਾ ਸਕਦੇ ਹਾਂ ਬੈਂਕ ਦੀ FDs ਵਗੈਰਾ, ਮਿਊਚੁਅਲ ਫੰਡਸ ਵਗੈਰਾ। ਇਹ ਐਕਸਟਰਾ ਸਾਡੀ ਇਨਕਮ ਜਿਹੜੀ ਹੁੰਦੀ ਹੈ ਜਾਂ ਸਾਡੀ ਸੇਵਿੰਗ ਹੁੰਦੀ ਹੈ, ਇਹਨੂੰ ਆਪਾਂ ਕਾਊਂਟ ਕਰ ਸਕਦੇ ਹਾਂ। ਇਹ ਹੋ ਗਏ ਬਿਜ਼ਨਸ ਵਾਲਿਆਂ ਲਈ। ਉਸ ਤੋਂ ਇਲਾਵਾ 3rd ਨੰਬਰ 'ਤੇ ਐਗਰੀਕਲਚਰਿਸਟ। ਕਿਸਾਨਾਂ ਲਈ ਜਿਹੜੀ
ਜਿਹੜੀ ਫਸਲ ਹੁੰਦੀ ਹੈ ਹਨਾ, ਜਾਂ ਕਿਸਾਨ ਜਿਹੜੇ ਹੁੰਦੇ ਉਹਨਾਂ ਦੀ ਐਗਰੀਕਲਚਰ ਇਨਕਮ ਮੰਨੀ ਜਾਂਦੀ ਹੈ। ਇਹ ਕੁਝ ਇਨਕਮ ਐਗਜ਼ੈਂਪਟ ਹੁੰਦੀ ਹੈ ਆਈਟੀਆਰ ਦੇ ਵਿੱਚੋਂ, ਆਈਟੀਆਰ ਦੀ ਜ਼ਰੂਰਤ ਨਹੀਂ ਹੁੰਦੀ। ਅਗਰ ਤਾਂ ਆਈਟੀਆਰ ਭਰ ਰਹੇ ਆ ਤਾਂ ਬਹੁਤ ਵਧੀਆ, 2 ਜਾਂ 3 ਆਈਟੀਆਰ ਚੱਲ ਜਾਂਦੀਆਂ। ਅਗਰ ਆਈਟੀਆਰ ਨਹੀਂ ਹੈਗੀ ਤਾਂ ਤੁਸੀਂ ਆਪਣੀ ਆਈਟੀਆਰ ਦੀ ਜਗ੍ਹਾ ਤਹਿਸੀਲਦਾਰ ਤੋਂ ਇਨਕਮ ਸਰਟੀਫਿਕੇਟ ਬਣਦਾ ਹੈ, ਤੁਸੀਂ ਉਹ ਵਾਲਾ ਆਪਣਾ ਇਨਕਮ ਸਰਟੀਫਿਕੇਟ ਲਗਾ ਸਕਦੇ ਹੋ ਆਈਟੀਆਰ ਦੀ ਜਗ੍ਹਾ। ਆਈਟੀਆਰ ਹੈਗੀ ਹੈ ਤਾਂ ਬਹੁਤ ਵਧੀਆ। ਉਸ ਤੋਂ ਇਲਾਵਾ ਕੀ ਪ੍ਰੂਫ ਹੋਏਗਾ ਕਿ ਆਪਣੇ ਕੋਲ ਕਿੱਥੋਂ ਇਨਕਮ ਆ ਰਹੀ ਹੈ? ਜੇ ਫਾਰਮ ਹੋ ਜਾਣਗੇ, ਜੇ ਫਾਰਮ ਜਿਸ ਬੰਦੇ ਦੇ ਨਾਮ ਤੇ ਆ ਰਹੇ ਆ ਉਹਦੀ ਇਨਕਮ ਮੰਨੀ ਗਈ। ਜੇ ਫਾਰਮ ਦੀ ਜਿਹੜੀ ਜਿੰਨੀ ਵੀ ਇਨਕਮ ਆ ਰਹੀ ਹੈ ਅਕਾਊਂਟ 'ਚ ਟ੍ਰਾਂਜੈਕਸ਼ਨ ਹੋਏਗੀ, ਅਕਾਊਂਟ 'ਚ ਪੈਸਾ ਆ ਰਿਹਾ ਹੋਏਗਾ ਤੇ ਉਹ ਤੁਸੀਂ ਉਸੇ ਅਕਾਊਂਟ ਦੀ ਸਟੇਟਮੈਂਟ ਲਗਾ ਸਕਦੇ ਹੋ। ਕੁਝ ਉਹੀ ਅਗੇਨ ਕੁਝ ਕੰਟਰੀਜ਼ 3 ਮਹੀਨੇ ਦੀ ਸਟੇਟਮੈਂਟਸ ਮੰਗਦੀਆਂ, ਕੁਝ 6 ਮਹੀਨੇ ਦੀ ਮੰਗ ਲੈਂਦੀਆਂ। ਤੇ ਜੇ ਫਾਰਮ ਹੋ ਗਏ ਪਲੱਸ ਆਪਾਂ ਨੂੰ ਜਮ੍ਹਾਂਬੰਦੀ ਹੋ ਗਈ ਜਾਂ ਫਰਦ ਹੋ ਗਈ, ਜਿਸ ਬੰਦੇ ਦੇ ਨਾਮ ਤੇ ਵੀ ਜੇ ਫਾਰਮ ਆ ਰਿਹਾ ਉਹਨਾਂ ਦਾ ਓਬਵੀਅਸ ਹੈ ਕਿ ਜ਼ਮੀਨ ਵੀ ਉਹਨਾਂ ਦੇ ਨਾਮ ਤੇ ਹੋਏਗੀ ਤਾਂ ਹੀ ਜੇ ਫਾਰਮ ਆ ਰਹੇ ਆ। ਉਹ ਜ਼ਮੀਨ ਦੀ ਰਜਿਸਟਰੀ ਜਾਂ ਫਰਮ ਵੀ ਲੱਗ ਜਾਂਦੀ ਹੁੰਦੀ ਹੈ। ਤੇ ਆਪਣੇ ਜਿੱਥੇ ਵੀ ਸਾਡੀ ਸੇਵਿੰਗ ਪਈ ਹੈ, ਸਾਡੀ ਐਫਡੀਜ਼ ਹੈਗੀਆਂ, ਉਹ ਤਾਂ ਸਟੇਟਮੈਂਟ ਮੈਂਡੇਟਰੀ ਹੀ ਹੈਗੀ ਹੈ। ਤੇ ਆਹ ਤਾਂ ਇਨਕਮ ਪ੍ਰੂਫਸ ਹੋ ਗਏ, ਜਿਹੜੇ 3 ਤਰ੍ਹਾਂ ਦੇ ਇਨਕਮਸ ਜਿਹੜੀ ਸੀਗੀਆਂ ਉਹਨਾਂ ਦੇ ਇਨਕਮ ਪ੍ਰੂਫ ਹੋ ਗਏ। ਹਰ ਕੰਟਰੀ ਲਈ ਸੇਮ ਇਨਕਮ ਪ੍ਰੂਫ ਰਹਿੰਦੇ ਹੁੰਦੇ ਆ। ਬੇਸਿਕ ਸੇਮ ਹੁੰਦਾ ਹੈ, ਇਨੀਸ਼ੀਅਲ ਜਿਹੜਾ ਆਪਣਾ ਬੇਸਿਕ ਜਿਹੜੀ ਹੁੰਦੀ ਹੈ ਇਨਕਮ ਪ੍ਰੂਫ ਉਹ ਸੇਮ ਹੁੰਦਾ ਸਾਰਿਆਂ ਦਾ। ਤੇ ਕੁਝ ਜਿਵੇਂ ਸਾਡੇ ਕੋਲ ਕੁਐਰੀਜ਼ ਆ ਜਾਂਦੀਆਂ ਯੂਕੇ ਲਈ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਆ, ਜਾਂ ਸ਼ੈਨਿਗਨ ਲਈ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਆ, ਜਾਂ ਕਈ ਵਾਰ ਪੁੱਛ ਲੈਂਦੇ ਕੈਨੇਡਾ ਲਈ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਆ। ਆਹ ਜੋ ਮੈਂ ਤੁਹਾਨੂੰ ਡਾਕੂਮੈਂਟਸ ਦੱਸੇ ਆ ਇਨਕਮ ਪ੍ਰੂਫ ਤੇ ਆਈਟੀਆਰ ਦੇ, ਇਹ ਸਭ ਕੰਟਰੀ ਲਈ ਸੇਮ ਰਹਿੰਦੇ ਆ, ਬੇਸਿਕ ਸੇਮ ਰਹਿੰਦਾ। ਹਾਂ ਕੁਝ ਕੰਟਰੀ 6 ਮਹੀਨੇ ਸਟੇਟਮੈਂਟ ਮੰਗ ਲਈ, ਕਈਆਂ ਨੂੰ ਫੰਡ ਜ਼ਿਆਦਾ ਚਾਹੀਦੇ ਹੁੰਦੇ, ਕਈਆਂ ਨੂੰ ਇਨਕਮ ਜ਼ਿਆਦਾ ਚਾਹੀਦੀ ਹੁੰਦੀ ਹੈ, ਕਈਆਂ ਨੂੰ ਘੱਟ ਚਾਹੀਦੀ ਹੁੰਦੀ ਹੈ, ਕਈਆਂ ਨੂੰ ਘੱਟ ਟਾਈਮ ਦੀ ਸਟੇਟਮੈਂਟ ਚਾਹੀਦੀ ਹੁੰਦੀ ਹੈ। ਬਸ ਇਹ ਥੋੜ੍ਹਾ ਬਹੁਤ ਫਰਕ ਰਹਿੰਦਾ, ਬੇਸਿਕ ਸੇਮ ਹੈ, ABCD ਸੇਮ ਹੈ ਨਾ। ਤੇ ਉਸ ਤੋਂ ਅੱਗੇ ਚੀਜ਼ਾਂ ਥੋੜ੍ਹੀਆਂ ਕੰਟਰੀਜ਼ ਦੇ ਹਿਸਾਬ ਨਾਲ ਚੈੱਕਲਿਸਟ ਚੇਂਜ ਹੁੰਦੀ ਜਾਂਦੀ ਹੈ। ਤੇ ਆ ਸੀਗਾ ਅੱਜ ਦਾ ਟੌਪਿਕ। ਇਹ ਤੁਹਾਨੂੰ ਲੱਖਾਂ ਰੁਪਏ ਦੀ ਗੱਲ ਮੈਂ ਤੁਹਾਨੂੰ ਅੱਜ ਦੱਸਤੀ ਹੈ। ਇਹੀ ਇਨਕਮ ਪ੍ਰੂਫ ਬਣਾਉਣ ਦੇ ਏਜੰਟਸ ਕੀ ਕਰਦੇ ਆ, ਪੈਸੇ ਲੈਂਦੇ ਤੁਹਾਡੇ ਤੋਂ। ਤੁਹਾਡਾ ਕਹਿ ਦਿੰਦੇ ਆ ਕੋਈ ਕਲਾਇੰਟ ਜਾਂਦਾ ਏਜੰਟ ਕੋਲ, ਤੁਹਾਡਾ ਅਸੀਂ ਬਿਜ਼ਨਸ ਸ਼ੋਅ ਕਰਾਂਗੇ, ਬਿਜ਼ਨਸ 'ਚ ਕੀ ਸ਼ੋਅ ਕਰਦੇ ਹੋ? MSME ਦਾ ਸਰਟੀਫਿਕੇਟ ਬਣਾ ਕੇ ਲਗਾ ਦਿੰਦੇ ਆ। ਉਹ ਤੁਹਾਨੂੰ ਪਤਾ ਹੈ ਕਿ ਬਿਜ਼ਨਸ ਦਾ ਜੋ ਪ੍ਰੂਫ ਹੈ ਉਹ MSME ਹੈ, ਉਹਨਾਂ ਨੂੰ ਪਤਾ ਹੈ ਨਾ। ਤੇ ਤੁਸੀਂ ਆਪਣੀ ਸਟੇਟਮੈਂਟ ਸੇਵਿੰਗ ਦੀ ਦਿੰਦੇ ਹੋ, ਕੰਟਰੀ ਨੂੰ ਕਰੰਟ ਅਕਾਊਂਟ ਦੀ ਸਟੇਟਮੈਂਟ ਨਹੀਂ ਚਾਹੀਦੀ ਹੁੰਦੀ, MSME ਹੈ, ਬੈਕ ਡੇਟ 'ਚ ਬਣ ਜਾਂਦਾ ਹੁੰਦਾ ਤੇ ਤੁਸੀਂ ਆਪਣਾ MSME ਰਜਿਸਟਰ ਕਰਤਾ, ਉਹ ਤੁਹਾਡਾ ਬਿਜ਼ਨਸ ਦਾ ਪ੍ਰੂਫ ਹੋ ਗਿਆ। ਬਿਜ਼ਨਸ ਤੁਸੀਂ ਆਪਣੇ ਘਰ ਤੋਂ ਵੀ ਕਰ ਸਕਦੇ ਹੋ, ਉਸ 'ਚ ਘਰ ਦਾ ਵੀ ਐਡਰੈਸ ਪੈ ਜਾਂਦਾ ਹੈ। ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਆਪਣਾ ਬਿਜ਼ਨਸ ਕਿਸੇ ਸ਼ੌਪ ਤੋਂ ਹੀ ਸ਼ੁਰੂ ਕਰਨਾ ਜਾਂ ਤੁਹਾਨੂੰ GST ਨੰਬਰ ਹੀ ਚਾਹੀਦਾ ਹੋਏਗਾ। ਤੁਸੀਂ MSME ਬਣਾ ਕੇ ਕਰ ਦਿਓ। MSME ਤੁਸੀਂ ਕਿਸੇ ਵੀ CA ਕੋਲ ਚਲੇ ਜਾਓ, ਤੁਹਾਡਾ ਵੈਸੇ ਤਾਂ ਗਵਰਨਮੈਂਟ ਦੀ ਫੀਸ ਕੋਈ ਨਹੀਂ ਹੁੰਦੀ, CA ਦਾ ਆਪਣਾ ਖਰਚਾ ਰਹਿੰਦਾ, ਉਹ ਤੁਸੀਂ 500 1000 ਜਾਂ ਜਿੰਨੇ ਮਰਜ਼ੀ 'ਚ ਵੀ ਹੈ ਨਾ ਬਣਵਾ ਸਕਦੇ ਹੋ ਆਪਣੇ ਕਿਸੇ ਵੀ CA ਤੋਂ, ਜੋ ਵੀ ਤੁਹਾਡਾ ਨੀਅਰ ਬਾਏ ਤੁਹਾਡੀ ਸਿਟੀ 'ਚ ਕੋਈ CA ਹੋਊਗਾ। ਤੇ ਆਹ ਤਾਂ ਸੀਗੇ ਇਨਕਮ ਪ੍ਰੂਫਸ ਦੇ ਲਈ ਸਾਰੇ ਡਾਕੂਮੈਂਟਸ ਤੁਹਾਨੂੰ ਦੱਸਦੇ ਆ ਮੈਂ। ਹਰ ਕੰਟਰੀ ਲਈ ਇਹੀ ਡਾਕੂਮੈਂਟਸ, ਬੇਸਿਕ ਡਾਕੂਮੈਂਟਸ ਇਹੀ ਹੁੰਦੇ ਆ। ਬਾਕੀ ਉਸ ਤੋਂ ਇਲਾਵਾ ਆਈਟਨਰੀਜ਼ ਵਗੈਰਾ ਆ ਜਾਂਦੀਆਂ, ਹੋਟਲ ਬੁਕਿੰਗਸ ਆ ਜਾਂਦੀਆਂ, ਫਲਾਈਟ ਬੁਕਿੰਗ ਆ ਜਾਂਦੀਆਂ। ਉਹ ਹਰ ਕੰਟਰੀ ਦਾ ਅਲੱਗ-ਅਲੱਗ ਸਿਸਟਮ ਹੈ। ਕਈਆਂ ਨੂੰ ਕਨਫਰਮਡ ਬੁਕਿੰਗ ਚਾਹੀਦੀ ਹੁੰਦੀ ਹੈ, ਪੇਡ ਚਾਹੀਦੀ ਹੁੰਦੀ ਹੈ, ਕਈਆਂ ਨੂੰ ਜਸਟ ਡਮੀ ਬੁਕਿੰਗ ਵੀ ਚੱਲ ਜਾਂਦੀ ਹੁੰਦੀ ਹੈ। ਉਸ 'ਤੇ ਆਪਾਂ ਕੰਟਰੀ ਵਾਈਜ਼ ਆਪਾਂ ਗੱਲ ਕਰ ਸਕਦੇ ਹਾਂ, ਕਿਉਂਕਿ ਹਰ ਕੰਟਰੀ ਦਾ ਅਲੱਗ ਰੂਲ ਹੈਗਾ। ਬਟ ਇਨਕਮ ਪ੍ਰੂਫ ਸਾਰਿਆਂ ਦੇ ਸੇਮ ਹੈਗੇ ਨੇ। ਸੋ ਅੱਜ ਲਈ ਟੌਪਿਕ ਮੈਨੂੰ ਲੱਗਦਾ ਬਹੁਤ ਫਾਇਦਾ ਹੋਊਗਾ ਸਾਰਿਆਂ ਦਾ ਇਸ ਟੌਪਿਕ ਨੂੰ ਸੁਣ ਕੇ। ਤੇ ਲਾਈਕ ਚਾਹੇ ਨਾ ਕਰਿਓ, ਕਮੈਂਟ ਚਾਹੇ ਨਾ ਕਰਿਓ, ਬਟ ਸ਼ੇਅਰ ਜ਼ਰੂਰ ਕਰ ਦਿਓ। ਰੀਜ਼ਨ ਇਹ ਹੈ ਕਿ ਤੁਸੀਂ ਅਗਰ ਸ਼ੇਅਰ ਕਰੋਗੇ ਕਿ ਕੋਈ ਹੋਰ ਵੀ ਅਵੇਅਰ ਹੋਊਗਾ ਇਸ ਚੀਜ਼ ਲਈ, ਹੈ ਨਾ। ਤੇ ਮੈਨੂੰ ਲੱਗਦਾ ਹਰ ਬੰਦੇ ਲਈ ਬੈਨੀਫੀਸ਼ੀਅਲ ਹੈ ਵੀਡੀਓ। ਤੇ ਅਗਰ ਤੁਹਾਨੂੰ ਵਧੀਆ ਲੱਗੂਗੀ ਤਾਂ ਤੁਸੀਂ ਸ਼ੇਅਰ ਕਰ ਦਿਓ। ਬਾਕੀ ਧੰਨਵਾਦ ਜੀ, ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ।